ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਤੇ ਅੱਜ ਦੀ ਵੀਡੀਓ ਵਿੱਚ ਹੁਣੇ ਤੁਹਾਡੇ ਲਈ ਅਸੀਂ ਪੰਜਾਬ ਦੇ ਆਈਜੀ ਦੀ ਇੱਕ ਵੀਡੀਓ ਲੈ ਕੇ ਆਏ, ਜਿਸ ਦੇ ਵਿੱਚ ਉਹਨਾਂ ਨੇ ਵੱਡੇ ਖੁਲਾਸੇ ਕੀਤੇ ਅਤੇ ਭਾਈ ਅਮਰਿਤਪਾਲ ਸਿੰਘ ਜੀ ਵਾਲੇ ਮਾਮਲੇ ਦੇ ਵਿੱਚ ਅੱਜ ਕੁਝ ਵੱਡੇ ਬਿਆਨ ਦਿੱਤੇ। ਤੁਸੀਂ ਪੰਜਾਬ ਦੇ ਇਸ ਪੁਲਿਸ ਅਫਸਰ ਦੇ ਇਹਨਾਂ ਬਿਆਨਾਂ ਬਾਰੇ ਕੀ ਸੋਚਦੇ ਹੋ, ਸਾਨੂੰ ਕਮੈਂਟ ਸੈਕਸ਼ਨ ਵਿੱਚ ਜ਼ਰੂਰ ਦੱਸਿਓ। ਅਤੇ ਹੁਣ ਤੁਹਾਨੂੰ ਲੈ ਚੱਲਦੇ ਹਾਂ ਇਸ ਪੁਲਿਸ ਅਫਸਰ ਦੀ ਵੀਡੀਓ ਵੱਲ। ਅਤੇ ਪੁਲਿਸ ਅਫਸਰ ਦੀ ਇਸ ਵੀਡੀਓ ਵੱਲ ਲੈ ਕੇ ਜਾਣ ਤੋਂ ਪਹਿਲਾਂ ਸਾਰੇ ਦਰਸ਼ਕਾਂ ਨੂੰ ਬੇਨਤੀ ਹੈ ਕਿ ਜਿਹੜੇ ਦੋਸਤ ਵਿਰਾਸਤ ਟੀਵੀ ਲਾਈਵ YouTube ਚੈਨਲ ਤੇ ਨਵੇਂ ਹਨ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਦੇਣ। ਅਤੇ ਹੁਣ ਤੁਹਾਨੂੰ ਲੈ ਚੱਲਦੇ ਹਾਂ ਇਸ ਪੁਲਿਸ ਅਫਸਰ ਦੀ ਵੀਡੀਓ ਦੇ ਵੱਲ। ਧੰਨਵਾਦ। ਕਿਉਂਕਿ ਉਹ ਇਹ ਮਹਿਸੂਸ ਕਰਦੇ ਆ ਕਿ ਪੰਜਾਬ ਦੇ ਯੂਥ ਨੂੰ ਬਚਾਉਣ ਵਾਸਤੇ ਜਿਹੜੇ ਮਾੜੇ ਅਨਸਰ ਆ ਉਹਨਾਂ ਨਾਲ ਇਸ ਤਰੀਕੇ ਦੇ ਨਾਲ ਨਜਿੱਠਣਾ ਬਹੁਤ ਜ਼ਰੂਰੀ ਸੀਗਾ। ਸੋ ਸਾਰੇ ਪਾਸੇ ਤੋਂ ਹਰ ਪਾਸੇ ਤੋਂ ਉਹਨਾਂ ਨੂੰ ਧੰਨਵਾਦ ਵੀ ਕੀਤਾ ਜਾ ਰਿਹਾ ਹੈ ਔਰ ਸਾਰੇ ਪੰਜਾਬੀਆਂ ਵੱਲੋਂ ਪੂਰਾ ਸਹਿਯੋਗ ਮਿਲ ਰਿਹਾ ਵਾ। ਹਰ ਪਾਸੇ ਤੋਂ, ਹਰ ਵਰਗ ਤੋਂ, ਹਰ ਤਬਕੇ ਤੋਂ, ਹਰ ਇੱਕ ਤੋਂ ਪੂਰਾ ਸਹਿਯੋਗ ਮਿਲ ਰਿਹਾ ਇਹਦੇ ਵਿੱਚ। ਦੂਸਰੀਆਂ ਸਟੇਟਸ ਤੋਂ ਵੀ ਪੂਰਾ ਸਹਿਯੋਗ ਮਿਲ ਰਿਹਾ ਵਾ, ਦੂਸਰੀਆਂ ਏਜੰਸੀਜ਼ ਤੋਂ ਵੀ, ਸੈਂਟਰਲ ਏਜੰਸੀਜ਼ ਤੋਂ ਵੀ ਪੂਰਾ ਸਹਿਯੋਗ ਮਿਲ ਰਿਹਾ ਵਾ। ਔਰ ਪੁਲਿਸ ਇਹਦੇ ਵਿੱਚ ਆਪਣਾ ਕੰਮ ਬਿਲਕੁਲ ਕਾਨੂੰਨੀ ਤਰੀਕੇ ਦੇ ਨਾਲ ਕਰ ਰਹੀ ਆ। ਬਹੁਤ ਸਾਰੀਆਂ ਕਈ ਤਰ੍ਹਾਂ ਦੇ ਲੋਕਾਂ ਦੇ ਮਨ 'ਚ ਸ਼ੰਕੇ ਆ, ਕੋਈ ਕੰਮ ਕੀਤਾ ਜਾਏਗਾ, ਕਿਸੇ ਨੂੰ ਕਿਸੇ ਤਰ੍ਹਾਂ ਦੀ ਇਲੀਗਲ ਅਰੈਸਟ 'ਚ ਨਾ ਰੱਖਿਆ ਗਿਆ, ਨਾ ਰੱਖਿਆ ਜਾਏਗਾ। ਜਦੋਂ ਵੀ ਜਿਹੜਾ ਪ੍ਰਾਈਮ ਅਕਿਊਜ਼ਡ ਆ ਜਦੋਂ ਵੀ ਫੜਿਆ ਜਾਏਗਾ ਤੁਰੰਤ ਉਹਦੇ ਬਾਰੇ ਦੇ ਵਿੱਚ ਜਾਣਕਾਰੀ ਦਿੱਤੀ ਜਾਏਗੀ ਇਹਦੇ ਵਿੱਚ। ਇਸੇ ਤਰ੍ਹਾਂ ਲਾਅ ਐਂਡ ਆਰਡਰ ਦੀ ਸਥਿਤੀ ਮੋਹਾਲੀ ਦੇ ਵਿੱਚ ਇੱਕ ਧਰਨਾ ਲੱਗਿਆ ਸੀਗਾ ਜਿਹੜਾ ਪੀਸਫੁਲੀ ਸਮਾਪਤ ਹੋ ਗਿਆ। ਉੱਥੇ ਕੁਝ ਗੁਰਦੁਆਰਾ ਮੈਨੇਜਮੈਂਟ ਕਮੇਟੀ ਤੇ ਧਰਨਾਕਾਰੀਆਂ ਦੇ ਵਿੱਚ ਕੁਝ ਡਿਫਰੈਂਸਿਸ ਸੀਗੇ ਕਿਉਂਕਿ ਲੋਕਾਂ ਨੂੰ ਆਉਣ ਜਾਣ ਦੇ ਵਿੱਚ ਕਾਫੀ ਸਮੱਸਿਆ ਹੋ ਰਹੀ ਸੀਗੀ। ਸੋ ਉਹ ਵੀ ਪੂਰੀ ਤਰ੍ਹਾਂ ਸਮਾਪਤ ਹੋ ਗਿਆ, ਰੋਡ ਉਹ ਖੁੱਲ ਗਈ ਚੰਗੀ ਤਰ੍ਹਾਂ। ਜਿਹੜਾ ਇਸ ਇਸ਼ੂ ਦੇ ਉੱਤੇ ਕੁਝ ਅਪਡੇਟਸ ਆ, ਇੱਕ ਕੇਸ ਰਜਿਸਟਰ ਕੀਤਾ ਵਾ ਜਲੰਧਰ ਰੂਰਲ ਦੇ ਵਿੱਚ, ਜਿਹਦੇ ਵਿੱਚ ਸਰਪੰਚ ਜਿਹੜਾ ਵਾ ਮਨਪ੍ਰੀਤ ਸਿੰਘ ਉਦੋਵਾਲ ਪਿੰਡ ਦਾ, ਉਹਨੇ ਪਰਚਾ ਦਰਜ ਕਰਾਇਆ 2 ਬੰਦਿਆਂ ਦੇ ਖਿਲਾਫ। ਇੱਕ ਹਰਜੀਤ ਸਿੰਘ ਜਿਹੜਾ ਉਹਦਾ ਚਾਚਾ ਵਾ, ਇੱਕ ਹਰਪ੍ਰੀਤ ਸਿੰਘ ਦੇ ਖਿਲਾਫ। ਸੋ ਉਹ ਪਰਚਾ ਜਿਹੜਾ ਵਾ ਉਹਨਾਂ ਨੂੰ ਗਨ ਪੁਆਇੰਟ ਤੇ ਰੱਖਿਆ ਸੀ ਇਹਨਾਂ ਨੇ ਜ਼ਬਰਦਸਤੀ, ਜਦੋਂ ਉੱਥੋਂ ਦੌੜੇ ਸੀਗੇ। ਉਸ ਕੇਸ ਦੇ ਵਿੱਚ ਇੱਕ ਪਰਚਾ ਦਰਜ ਕੀਤਾ ਗਿਆ ਵਾ ਜਿਹਦੇ ਵਿੱਚ ਇਹ ਆਲਰੇਡੀ ਗ੍ਰਿਫਤਾਰ ਹੋ ਚੁੱਕੇ ਆ ਦੋਨੋਂ ਜਣੇ। ਸਰਪੰਚ ਜਿਹੜਾ ਉਹਦਾ ਨਾਮ ਮਨਪ੍ਰੀਤ ਸਿੰਘ ਆ, ਉਦੋਂ ਕੇ ਪਿੰਡ ਦਾ ਸਰਪੰਚ ਆ। ਜਿਹੜੇ 2 ਅਕਿਊਜ਼ ਨੇ ਇਹਦੇ ਵਿੱਚ, ਇੱਕ ਹਰਜੀਤ ਸਿੰਘ ਆ, ਇੱਕ ਹਰਪ੍ਰੀਤ ਸਿੰਘ ਆ। ਫਰਦਰ ਜਿਹੜਾ ਇਸ ਕੇਸ ਦੇ ਵਿੱਚ ਇੱਕ ਬਹੁਤ ਵੱਡੀ ਅਹਿਮ ਸਫਲਤਾ ਪੰਜਾਬ ਪੁਲਿਸ ਦੇ ਹੱਥ ਲੱਗੀ ਆ ਕਿ ਜਿਹੜੀ ਬਰੈਜ਼ਾ ਕਾਰ ਦੇ ਵਿੱਚ ਅਮਰਿਤਪਾਲ ਸਿੰਘ ਉੱਥੋਂ ਦੌੜਿਆ ਸੀਗਾ ਮੌਕੇ ਤੋਂ, ਉਹ ਬਰੈਜ਼ਾ ਕਾਰ ਰਿਕਵਰ ਹੋਈ ਆ। ਜਿਹੜੇ 4 ਬੰਦਿਆਂ ਨੇ ਭੱਜਣ ਦੇ ਵਿੱਚ ਮਦਦ ਕੀਤੀ ਸੀਗੀ, ਉਹ 4 ਅਕਿਊਜ਼ਡ ਦੇ ਵਿੱਚ ਅਰੈਸਟ ਕੀਤੇ ਆ, ਜਿਹਦੇ ਵਿੱਚ ਮਨਪ੍ਰੀਤ ਸਿੰਘ ਏਲੀਅਸ ਮੰਨਾ ਹੈ, ਇੱਕ ਗੁਰਦੀਪ ਸਿੰਘ ਏਲੀਅਸ ਦੀਪਾ ਹੈ, ਹਰਪ੍ਰੀਤ ਸਿੰਘ ਏਲੀਅਸ ਹੈਪੀ ਤੇ ਗੁਰਭੇਜ ਸਿੰਘ ਏਲੀਅਸ ਭੇਜਾ। ਇਹ 4 ਉਹ ਅਕਿਊਜ਼ਡ ਆ ਜਿਨ੍ਹਾਂ ਨੇ ਭੱਜਣ 'ਚ ਮਦਦ ਕੀਤੀ ਸੀ। ਬਰੇਜ਼ਾ ਕਾਰ ਇਹਦੇ ਵਾਸਤੇ ਯੂਜ਼ ਹੋਈ ਸੀ, ਉਹ ਬਰੇਜ਼ਾ ਕਾਰ ਰਿਕਵਰ ਹੋ ਗਈ ਹੈ। ਮਨਪ੍ਰੀਤ ਸਿੰਘ ਏਲੀਅਸ ਮੰਨਾ ਇਹ ਨਵਾਂ ਕਿਲਾ ਸ਼ਾਹਕੋਟ ਦਾ ਰਹਿਣ ਵਾਲਾ ਹੈ। ਗੁਰਦੀਪ ਸਿੰਘ ਏਲੀਅਸ ਦੀਪਾ ਇਹ ਬਲ 9 ਪਿੰਡ ਨਕੋਦਰ ਦੇ ਵਿੱਚ ਉੱਥੋਂ ਦਾ ਰਹਿਣ ਵਾਲਾ ਹੈ। ਹਰਪ੍ਰੀਤ ਸਿੰਘ ਏਲੀਅਸ ਹੈਪੀ ਇਹ ਕੋਟਲਾ ਨੌਤ ਸਿੰਘ ਆ ਹੁਸ਼ਿਆਰਪੁਰ ਦੇ ਵਿੱਚ, ਉੱਥੋਂ ਦਾ ਰਹਿਣ ਵਾਲਾ ਹੈ। ਏਲੀਅਸ ਭੇਜਾ ਇਹ ਗੁੰਦਾਰ ਦਾ ਰਹਿਣ ਵਾਲਾ। 4 ਦੇ ਕਿਉਂਕਿ ਜਦੋਂ ਇਹਨਾਂ ਨੂੰ ਫੜਿਆ ਗਿਆ, ਇਹਨਾਂ ਤੋਂ ਜਿਹੜੀ ਗੱਡੀ ਮਿਲੀ ਆ ਉਹਦੇ ਵਿੱਚੋਂ ਵੀ 315 ਕੁਝ ਤਲਵਾਰਾਂ ਮਿਲੀਆਂ ਵਾ, ਵਾਕੀ ਟਾਕੀ ਸੈੱਟ ਮਿਲਿਆ ਵਾ। ਇਹਨਾਂ ਦੇ ਉੱਤੇ ਆਰਮਡ ਐਕਟ ਦਾ ਕੇਸ ਤੇ ਇਹਨਾਂ ਦੇ ਉੱਤੇ ਉਹਨੂੰ ਕਸਟਡੀ ਚੋਂ, ਮਤਲਬ ਪੁਲਿਸ ਦੀ ਗ੍ਰਿਫਤ ਤੋਂ ਭਜਾਉਣ ਵਾਸਤੇ ਜਿਹੜੇ ਸੈਕਸ਼ਨ ਹੁੰਦੇ ਆ ਉਹ ਵੀ ਐਡ ਕੀਤੇ ਜਾ ਰਹੇ ਇਹਦੇ ਵਿੱਚ FIR। ਜਿਹੜੀ ਬਹੁਤ ਅਹਿਮ ਗੱਲ ਸਾਹਮਣੇ ਆਈ ਆ ਕਿ ਅਮਰਿਤਪਾਲ ਸਿੰਘ ਇੱਥੋਂ ਦੌੜਨ ਤੋਂ ਬਾਅਦ ਨੰਗਲ ਅੰਬੀਆਂ ਪਿੰਡ ਆ, ਉੱਥੇ ਗੁਰਦੁਆਰਾ ਸਾਹਿਬ ਦੇ ਵਿੱਚ ਗਿਆ। ਉੱਥੇ ਜਾ ਕੇ ਉਹਨੇ ਕੱਪੜੇ ਚੇਂਜ ਕੀਤੇ, ਉਹਨੇ ਸ਼ਰਟ ਪਾਈ, ਪੈਂਟ ਪਾਈ, ਫਿਰ ਉੱਥੋਂ ਦੌੜਿਆ, ਆਪਣੀ ਜਿਹੜੀ ਤਲਵਾਰ ਸੀ ਉੱਥੇ ਛੱਡ ਦਿੱਤੀ। ਇਹ ਇਹਨਾਂ ਦੀ ਪੁੱਛਗਿੱਛ ਤੋਂ ਇਹ ਗੱਲ ਸਾਹਮਣੇ ਆਈ ਹੈ। ਜਿਹੜੇ ਅਸੀਂ ਫੜੇ ਆ ਬੰਦੇ 4, ਇਹਨਾਂ ਦੀ ਪੁੱਛਗਿੱਛ ਤੋਂ ਗੱਲ ਸਾਹਮਣੇ ਆਈ ਕਿ ਪਹਿਲਾਂ ਉਹ ਨੰਗਲ ਅੰਬੀਆਂ ਪਿੰਡ ਦੇ ਵਿੱਚ ਗੁਰਦੁਆਰਾ ਸਾਹਿਬ ਆ, ਉੱਥੇ ਗਿਆ ਸੀਗਾ। ਉਸ ਗੁਰਦੁਆਰਾ ਸਾਹਿਬ ਦੇ ਵਿੱਚ ਕੱਪੜੇ ਚੇਂਜ ਕਰਕੇ, ਪੈਂਟ ਸ਼ਰਟ ਪਾ ਕੇ, ਉਸ ਤੋਂ ਬਾਅਦ ਦੇ ਵਿੱਚ 2 ਮੋਟਰਸਾਈਕਲਸ ਦੇ ਉੱਤੇ 3 ਬੰਦੇ ਹੋਰ ਇਹਦੇ ਨਾਲ ਸੀਗੇ, 2 ਮੋਟਰਸਾਈਕਲਸ ਦੇ ਉੱਤੇ ਉੱਥੋਂ escape ਕੀਤੇ ਆ 4 ਜਣੇ ਉਸ ਜਗ੍ਹਾ ਤੋਂ। ਸੋ ਇਹਦੇ ਵਿੱਚ ਜਿਸ ਤਰ੍ਹਾਂ ਆਪਾਂ ਇੱਕ ਤਾਂ ਮੈਂ ਅਪੀਲ ਕਰਨਾ ਚਾਹੂੰਗਾ ਸਾਰੇ ਪੰਜਾਬੀਆਂ ਨੂੰ, ਆਪਣੇ ਵੱਲੋਂ ਪੰਜਾਬ ਪੁਲਿਸ ਵੱਲੋਂ, ਕਿ ਸਾਰੇ ਯੋਗਦਾਨ ਦਿਓ ਇਹਦੇ 'ਚ। ਸਾਰਿਆਂ ਦੇ ਕੰਟਰੀਬਿਊਸ਼ਨ ਦੀ ਲੋੜ ਆ। ਇਹ ਜਿਹੜੇ ਮਾੜੇ ਸਾਰੇ ਯੋਗਦਾਨ ਦਿਓ ਇਹਦੇ 'ਚ, ਸਾਰਿਆਂ ਦੇ ਕੰਟਰੀਬਿਊਸ਼ਨ ਦੀ ਲੋੜ ਆ।
ਇਹ ਜਿਹੜੇ ਮਾੜੇ ਅੰਸਰ ਆ ਜਿਹੜੇ ਸਮਾਜ ਦੇ ਵਿੱਚ ਇਹ ਦੀ ਅਰਾਜਕਤਾ ਫੈਲਾਉਂਦੇ ਉਹਨਾਂ ਨੂੰ ਫੜਨ ਵਾਸਤੇ। ਸੋ ਸਾਰਿਆਂ ਨੂੰ ਹੀ ਅਸੀਂ ਅਪੀਲ ਕਰਾਂਗੇ ਕਿ ਸਾਰੇ ਸਹਿਯੋਗ ਦੇਣ, ਚਾਹੇ ਉਹ ਕੋਈ ਪਬਲਿਕ ਸੰਸਥਾਵਾਂ ਹੋਣ, ਚਾਹੇ ਪਿੰਡਾਂ ਦੇ ਸਰਪੰਚ ਪੰਚ ਕੋਈ ਮੋਤਬਰ ਬੰਦੇ ਆ, ਕਿਉਂਕਿ ਹਰ ਇੱਕ ਬੰਦਾ ਇਹਦੇ ਵਿੱਚ ਆਪਣਾ ਯੋਗਦਾਨ ਪਾ ਸਕਦਾ ਵਾ। ਦੂਸਰੀ ਗੱਲ ਆ, ਜਦੋਂ ਵੀ ਕੋਈ ਕ੍ਰਿਮੀਨਲ ਆਪਾਂ ਨੂੰ ਵਾਂਟਡ ਹੁੰਦਾ ਵਾ ਉਹਦੇ ਵਿੱਚ ਆਪਾਂ ਹਮੇਸ਼ਾ ਹਰ ਤਰ੍ਹਾਂ ਦੀ ਪ੍ਰੋਬੇਬਿਲਿਟੀ ਨੂੰ ਮੱਦੇਨਜ਼ਰ ਰੱਖਦੇ ਹੋਏ ਨਾਰਮਲੀ ਆਪਾਂ ਰਿਲੀਜ਼ ਕਰਦੇ ਆ ਕਿ ਉਹ ਕਿਸ ਹੁਲੀਏ ਦੇ ਵਿੱਚ ਹੋ ਸਕਦਾ ਵਾ। ਸੋ ਇਸ ਕੇਸ ਦੇ ਵਿੱਚ ਸਾਡੇ ਕੋਲੇ ਜਿਹੜੀਆਂ ਇਹਦੀਆਂ ਕੁਝ ਪੁਰਾਣੀਆਂ ਫੋਟੋਗ੍ਰਾਫਸ ਆ, ਕੁਝ ਨਵੀਆਂ ਫੋਟੋਗ੍ਰਾਫਸ ਆ ਜਿਹੜੀਆਂ ਕਿ ਅਸੀਂ ਸੋਸ਼ਲ ਮੀਡੀਆ ਤੋਂ ਬਾਕੀ ਜਗ੍ਹਾ ਤੋਂ ਸਾਡੇ ਕੋਲੇ ਆਈਆਂ, ਉਹ ਅਸੀਂ ਜ਼ਰੂਰ ਇੱਕ ਵਾਰੀ ਰਿਲੀਜ਼ ਕਰਨਾ ਚਾਹਾਂਗੇ। ਵੀ ਵਿਲ ਵਾਂਟ ਕਿ ਇਹ ਨੈਸ਼ਨਲ ਟੀਵੀ ਤੇ ਬਾਕੀ ਚੈਨਲਸ ਤੇ ਜ਼ਰੂਰ ਜਾਣ, ਕਿਉਂਕਿ ਅਸੀਂ ਨਹੀਂ ਕੁਝ ਕਹਿ ਸਕਦੇ, ਜਦੋਂ ਫੜਿਆ ਜਾਏਗਾ ਉਦੋਂ ਹੀ ਪਤਾ ਲੱਗੇਗਾ ਕਿ ਬੰਦਾ ਕਿਸ ਹੁਲੀਏ 'ਚ ਹੈ, ਪਰ ਰੂਲ ਆਊਟ ਨਹੀਂ ਕੀਤਾ ਜਾ ਸਕਦਾ ਇਸ ਚੀਜ਼ ਨੂੰ। ਸੋ ਇਹ ਮੈਂ ਫੋਟੋਆਂ ਜਿਹੜੀਆਂ ਅਸੀਂ ਕੁਝ ਜਿਹੜੀਆਂ ਲੱਭੀਆਂ ਹੁੰਦੀਆਂ ਅਲੱਗ-ਅਲੱਗ ਜਗ੍ਹਾ ਤੋਂ, ਉਹ ਫੋਟੋਆਂ ਤੁਹਾਨੂੰ ਸਾਰਿਆਂ ਨੂੰ ਰਿਕੁਐਸਟ ਕਰਾਂਗਾ ਇਹਨਾਂ ਨੂੰ ਸਰਕੂਲੇਟ ਕੀਤਾ ਜਾਵੇ ਵੱਧ ਤੋਂ ਵੱਧ। ਸੋ ਇਹਦੇ ਵਿੱਚ ਇਸ ਕੇਸ ਦੇ ਵਿੱਚ ਹੁਣ ਤੱਕ ਟੋਟਲ 154 ਬੰਦੇ ਨੇ ਜਿਹੜੇ ਅਰੈਸਟ ਹੋ ਚੁੱਕੇ ਆ। ਅੰਮ੍ਰਿਤਪਾਲ ਸਿੰਘ ਦੇ ਖਿਲਾਫ NSA ਐਕਟ, ਜਿੱਦਾਂ ਤੁਹਾਨੂੰ ਪਤਾ NSA ਐਕਟ ਲਗਾਇਆ ਜਾ ਚੁੱਕਿਆ ਵਾ। ਉਹਦੇ ਵਿੱਚ NSA ਦੇ ਵਿੱਚ ਨੈਸ਼ਨਲ ਸਿਕਿਉਰਿਟੀ ਐਕਟ ਜਿਹੜਾ ਹੁੰਦਾ ਹੈ ਅੰਮ੍ਰਿਤਪਾਲ ਦੇ ਖਿਲਾਫ ਉਹ ਲੱਗ ਚੁੱਕਿਆ, ਕੱਲ ਦਾ ਲੱਗ ਚੁੱਕਿਆ ਹੈ। ਠੀਕ ਹੈ, ਮੇਰੀ ਗੱਲ ਪੂਰੀ ਮੈਂ ਤੁਹਾਨੂੰ ਦੱਸਦਾ ਜੀ। ਉਹ ਐਕਟ ਲੱਗਣ ਤੋਂ ਬਾਅਦ ਦੇ ਵਿੱਚ ਜਿਹੜੇ ਕੰਸਰਨਡ ਡਿਪਟੀ ਕਮਿਸ਼ਨਰ ਹੁੰਦੇ ਆ ਉਹ ਇੱਕ ਰਿਕੁਐਸਟ ਭੇਜਦੇ ਆ ਜਦੋਂ ਬੰਦਾ escape ਕਰ ਰਿਹਾ ਹੁੰਦਾ, ਜਦੋਂ ਉਹ ਆਰਡਰ ਦਾ ਪ੍ਰੋਪਰ ਫੋਲੋ ਨਹੀਂ ਹੁੰਦਾ ਤਾਂ ਉਹ ਜੁਡੀਸ਼ੀਅਲ ਮੈਜਿਸਟ੍ਰੇਟ ਨੂੰ ਇੱਕ ਰਿਕੁਐਸਟ ਭੇਜਦੇ ਆ ਕਿ ਇਹ ਬੰਦਾ ਜਿਹੜੀ ਆਪਣੀ ਅਰੈਸਟ ਆ ਉਹਨੂੰ ਇਵੇਡ ਕਰ ਰਿਹਾ ਵਾ। ਉਹ ਫਿਰ ਮੈਜਿਸਟ੍ਰੇਟ ਸਾਹਿਬ ਜਿਹੜੇ ਨੇ ਉਹਦੇ ਵਿੱਚ ਉਸ ਤੋਂ ਬਾਅਦ ਉਹਦਾ ਅਰੈਸਟ ਵਾਰੰਟ ਜਿਹੜਾ ਹੈ ਉਹ ਜਾਰੀ ਕਰਦੇ ਆ। ਸੋ ਇਸ ਕੇਸ ਦੇ ਵਿੱਚ ਜਿਹੜਾ ਨਾਨ ਅਵੇਲੇਬਲ ਵਾਰੰਟ ਆ ਅੰਮ੍ਰਿਤਪਾਲ ਸਿੰਘ ਦਾ ਉਹ ਜਾਰੀ ਹੋ ਚੁੱਕਿਆ ਵਾ, ਜਿਹੜਾ ਕਿ 18 ਮਾਰਚ ਨੂੰ ਜਾਰੀ ਹੋਇਆ ਸੀਗਾ। ਫਰਦਰ ਇਹਦੇ ਵਿੱਚ ਜੇ ਕੋਈ ਬੰਦਾ ਫਿਰ ਵੀ ਆਪਣੀ ਅਰੈਸਟ ਨੂੰ ਇਵੇਡ ਕਰਦਾ ਵਾ ਤਾਂ ਕਾਨੂੰਨ ਦੇ ਵਿੱਚ ਪ੍ਰੋਵੀਜ਼ਨ ਆ ਕਿ ਉਹਦੇ ਖਿਲਾਫ 82-83 ਸੈਕਸ਼ਨ ਜਿਹੜੇ ਨੇ CRPC ਦੇ, ਉਹਦੇ ਤਹਿਤ ਵੀ ਕਾਰਵਾਈ ਹੋ ਸਕਦੀ ਹੈ। ਸੋ 18 ਤਰੀਕ ਨੂੰ ਲੱਗਿਆ ਸੀਗਾ ਜੀ। 18 ਤਰੀਕ ਦੇ ਜਿਹੜੇ ਸੇਮ ਡੇ ਜਦੋਂ ਇਹਨੇ ਆਪਣੀ ਅਰੈਸਟ ਨੂੰ ਇਵੇਡ ਕੀਤਾ, ਉਸ ਤੋਂ ਬਾਅਦ ਦੇ ਵਿੱਚ ਇਹਦੇ ਪ੍ਰੋਪਰ ਪ੍ਰੋਸੀਜਰ ਫੋਲੋ ਕਰਕੇ ਨਾਨ ਅਵੇਲੇਬਲ ਵਾਰੰਟਸ ਜਿਹੜੇ ਨੇ ਜਾਰੀ ਕਰਾਏ ਗਏ ਇਸ ਕੇਸ ਵਿੱਚ। ਸਰ ਤੁਸੀਂ ਕਹਿ ਰਹੇ ਸੀ ਹਾਂਜੀ, जो पंजाब में जो सिचुएशन है बिल्कुल स्टेबल है। ऑनरेबल CM साहब जिनके जैसे खुद आप आज पंजाबियों से बात की, पूरी स्थिति पे वो खुद नजर रखे हुए हैं इस पूरी स्थिति पे, और लगातार फीडबैक ले रहे हैं ऑफिसर से पूरे पंजाब में क्या सिचुएशन है, और पूरी तरह से हर तरफ पूरी तरह शांति है। आज CM साहब ने जैसे बताया, उनको बहुत सारी पंजाब से, पंजाब के बाहर से बहुत सारी कॉल्स आई जिनमें लोगों ने उनको धन्यवाद किया, क्योंकि सारे लोग इस कार्रवाई से बिल्कुल संतुष्ट हैं। जो बैड एलिमेंट्स के खिलाफ पूरा ये ऑपरेशन हुआ है उसमें सारे बहुत खुश हैं, और पंजाब के जो लोग हैं और पूरे इंडिया के जो लोग हैं उनको CM साहब ने भी धन्यवाद किया है, क्योंकि सबसे बहुत कोऑपरेशन मिली इस पूरे ऑपरेशन में। और बाकी एजेंसी से, बाकी स्टेट से भी हमें फुल कोऑपरेशन मिल रहा है इस केस में, और पुलिस इसमें बिल्कुल कानून के अनुसार काम कर रही है। बहुत सारे लोगों को आशंका है, लेकिन अभी तक जो प्राइम अक्यूज्ड है वो अभी इस केस में अरेस्ट नहीं हुआ है। जैसे ही वो अरेस्ट होगा तुरंत इसकी जानकारी जो है दी जाएगी। रिकवर की है, और जो 4 बंदों का आपने नाम लिया वो ब्रेजा में ही थे या उन्होंने बाहर से आके अमृतपाल को मदद किया? नहीं, वो ब्रेजा कार में ही थे, जो मैं वही उसी पे आ रहा हूँ मैं। जो अभी तक हमने जो इसमें एक तो FIR नंबर 28 दर्ज की है 20 मार्च को, जिसमें जो सरपंच है मनप्रीत सिंह, उसकी स्टेटमेंट पे FIR दर्ज की है कि 2 लोग, जो एक हरजीत सिंह और हरप्रीत सिंह, उसने ये एलिगेशन लगाए कि इन्होंने गन पॉइंट पे उसको रखा था, और उसके बाद ये लोग जो है पुलिस ने अरेस्ट किए इस केस में। दूसरा, गन पॉइंट पे सरपंच जो मनप्रीत सिंह है, जो उसको रखा था उसके रेजिडेंस पे, रखा क्यों गया था सर? कि जबरदस्ती के हमें शेल्टर दिया जाए उसके रेजिडेंस पे, क्योंकि इनको शेल्टर देने के लिए कोई तैयार नहीं था, तो उसके एलिगेशन है कि इन्होंने जबरदस्ती गन पॉइंट पे मुझे रखा हुआ था। सरपंच मनप्रीत सिंह है, और जो अक्यूज्ड है 2, एक हरजीत सिंह है, एक हरप्रीत सिंह है, 2 अक्यूज्ड है इसमें। दूसरा जो अहम इसमें जो सुराग लगा है कि
4 अक्यूज हमने अरेस्ट किए हैं, जिनसे एक ब्रेजा कार जो है बरामद हुई है। ये मनप्रीत सिंह एलियस मन्ना, गुरदीप सिंह एलियस दीपा, हरप्रीत सिंह एलियस हैप्पी और गुरपेज सिंह एलियस पेजा, ये 4 वो अक्यूज हैं जिन्होंने उसको एस्केप करने में मदद की। ब्रेजा गाड़ी इन्होंने यूज की जब ये चारों ने और अमृतपाल ने मिलकर जब वहां से दौड़े हैं। जो दूसरा जो अहम सुराग इसमें है कि उसके बाद ये गुरुद्वारा साहब है, नंगल अंबिया विलेज का गुरुद्वारा साहब, वहां पे गए, वहां पे कपड़े चेंज किए, पैंट और शर्ट डाली उसने अमृतपाल ने। उसके बाद 2 मोटरसाइकिल्स पे 4 लोग जो थे 2 मोटरसाइकिल्स पे एस्केप किए हैं वहां से। तो इस केस में एक तो मैं सबसे अपील करना चाहूंगा कि इसकी अरेस्ट में और बाकी जो बैड एलिमेंट्स हैं उनकी अरेस्ट में पंजाब पुलिस को आपके सहयोग की जरूरत है। दूसरा, क्योंकि जैसे ही कोई अक्यूज किसी केस में वांटेड होता है तो उसकी हम बहुत सारी पिक्चर्स जो भी हमारे पास अवेलेबल होती हैं वो पिक्चर्स हम रिलीज करते हैं। तो अमृतपाल की बहुत सारी पिक्चर्स हैं जो अलग अलग अटायर में हैं, अलग अलग तरह की पिक्चर्स हैं, वो हम लोग अभी रिलीज कर रहे हैं। वो पिक्चर्स मैं आपको रिक्वेस्ट करूंगा कि डिस्प्ले की जाए ताकि लोग इसको अरेस्ट करवाने में हमारी मदद कर सकें इस केस में। नहीं, ये कार हमने जो मनप्रीत मन्ना है इनसे हमने रिकवर की है, क्योंकि हमारे इन्वेस्टिगेशन इसके रेजिडेंस से हमने की है जो नवा किला है, क्योंकि हमारे इन्वेस्टिगेशन में ये चीज एस्टेब्लिश हो गई थी कि वहां से ब्रेजा गाड़ी यूज हुई है। फर्दर आगे भी जैसे मैंने कहा कि हमने ये भी एस्टेब्लिश कर लिया कि वो गाड़ी में बैठ के ये गुरुद्वारा साहब तक गए हैं, वहां से चेंज करने के बाद फिर 2 मोटरसाइकिल्स में एस्केप किया इन्होंने। तो ये पूरी जो लड़ी है हमारी वो आपस में कनेक्ट हो रही है। सर, ये जो आपने फोटो दी है उसमें क्लीन शेव भी है। ये पुरानी फोटोग्राफ्स हैं जो हमने कहीं से, जैसे हमें जिस तरह के बेस में फोटोग्राफ मिली है वो हम रिलीज कर रहे हैं। वो हम नहीं कह सकते, क्योंकि जब तक अरेस्ट नहीं होगा वो हम नहीं कह सकते कि वो किस तरह के अटायर में, किस तरह के बेस में होगा। बट लोगों की जानकारी के लिए उनके पास हर तरह की फोटोग्राफ होनी जरूरी है। ब्रीजा गड्डी की है और ਜਿਹੜੇ ਬੰਦੇ ਫੜੇ ਗਏ ਨੇ ਜਿਹੜੇ ਗ੍ਰਿਫਤਾਰ ਕੀਤੇ हैं ਉਹਨਾਂ ਦੀ ਪੁੱਛਗਿੱਛ ਚ ਕੁਝ ਚੀਜ਼ਾਂ ਆਈਆਂ ਜਿੱਦਾਂ ਤੁਸੀਂ ਕਿਹਾ ਜਿਹੜੀ ਬਰੇਜ਼ਾ ਗੱਡੀ ਆ ਉਹਦੇ ਬਾਰੇ ਚ ਅਸੀਂ ਹੁਣ ਅੱਗੇ ਫਰਦਰ ਤਫਤੀਸ਼ ਕਰ ਰਹੇ ਹਾਂ। ਬਰੇਜ਼ਾ ਗੱਡੀ ਜਿਹੜੀ ਮਿਲੀ ਆ ਮਨਪ੍ਰੀਤ ਸਿੰਘ ਮੰਨਾ ਦੇ ਕੋਲੋਂ ਮਿਲੀ ਆ ਔਰ ਜਿਹੜੇ ਇਹ ਚਾਰੋਂ ਬੰਦੇ ਅਸੀਂ ਫੜੇ ਇਹਨਾਂ ਦੀ ਪੁੱਛਗਿੱਛ ਤੋਂ ਹੀ ਇਹ ਗੱਲ ਆਈ ਆ ਕਿ ਬਰੇਜ਼ਾ ਦੇ ਵਿੱਚ ਬੈਠ ਕੇ ਫਿਰ ਇਹ ਗੁਰਦੁਆਰਾ ਸਾਹਿਬ ਨੰਗਲ ਅੰਬੀਆਂ ਉੱਥੇ ਗਏ। ਉੱਥੇ 4 ਬੰਦੇ ਸੀਗੇ, ਇਹਦੇ ਚ 3 ਬੰਦੇ ਹੋਰ ਆ, ਇਹ ਵਾਲੇ 4 ਨਹੀਂ ਸੀ ਜਿਹੜੇ ਨਾਲ ਐਸਕੇਪ ਕੀਤੇ, 3 ਹੋਰ ਬੰਦੇ ਆ, ਮਤਲਬ 3 ਪਲੱਸ 1। ਨਹੀਂ, ਉਹ ਚੀਜ਼ ਅਜੇ ਵੈਰੀਫਾਈ ਕਰ ਰਹੇ ਕੌਣ ਲੈ ਕੇ ਆਇਆ ਸੀ, ਕਿਉਂਕਿ उस जगह के उत्ते 3 बंदे होर सीगे, फिर 4 बंदे 2 मोटरसाइकिल पे। मोटरसाइकिल मोटरसाइकिल का पता लगा कौन कौन मोटरसाइकिल? नहीं वही मैं बंदे अरेस्ट करने ने ਜਿਹੜੇ ਮੋਟਰਸਾਈਕਲ ਤੇ 4 ਬੰਦੇ 3 ਬੰਦੇ ਨਾਲ ਗਏ ਆ, ਉਹ ਬੰਦੇ ਜੇ ਅਰੈਸਟ ਕਰਨੇ ਬਾਕੀ ਆ। ਜਿਹੜੇ ਬਰੇਜ਼ਾ ਕਾਰ 'ਚ ਬਿਠਾ ਕੇ ਉੱਥੇ ਤੱਕ ਲੈ ਕੇ ਗਏ ਸੀਗੇ ਉਹ 4 ਬੰਦੇ ਅਸੀਂ ਅਰੈਸਟ ਕਰ ਲਏ। बाइक की डिटेल्स अभी मैं वही कह रहा हूँ, वो हम अभी चेक कर रहे हैं, क्योंकि आज ही इनको हमने अरेस्ट किया है। इनसे हमें प्रिलिमिनरी इन्वेस्टिगेशन में ये पता चला है कि ये 4 लोग वहां पे गए थे, वहां से फिर चेंज करके आगे गए। बाकी इन्वेस्टिगेशन कौन से बाइक पे कौन लेके आया, लगातार उसके परिवार वाले आरोप लगा रहे हैं कि अमृतपाल पुलिस कस्टडी में है। क्या कहना सर आपका कि क्या कस्टडी में है कि पंजाब के? देखो, मैं इसको बहुत पहले हम लोग स्पष्ट कर चुके हैं कि अमृतपाल आज तक पुलिस की कस्टडी में नहीं है। पुलिस बिल्कुल लॉ के मुताबिक काम कर रही है। जैसे ही अरेस्ट होगा तुरंत हम बताएंगे, बिकॉज हम इससे ज्यादा एक एक करके कर लेंगे। सर मैं पूछ सकता हूँ जैसे कि फंडिंग के बारे में कुछ पता चला सर कि फंडिंग के ऊपर एक आपने जो गुड़गांव से गिरफ्तार किया सर? देखो, हमें जैसे मैंने कहा कि सारी सेंट्रल एजेंसी से हमें बिल्कुल बहुत कोऑपरेशन मिल रही है। एक स्पेसिफिक एजेंसी क्या कर रही है वो मैं नहीं बता पाऊंगा इस जगह पे। एनआई की कितनी टीमें सर यहाँ पे हैं? नहीं देखो, ये सारा ये जड़िया चीजा है ना कि वैल प्लान सीगा ਜਾਂ ਕੱਪੜੇ ਨਾਲ ਲੈ ਕੇ ਆਏ ਸੀ, ਇਹ ਚੀਜ਼ਾਂ ਅਜੇ ਵੈਰੀਫਾਈ ਹੋਣਗੀਆਂ ਤਫਤੀਸ਼ ਦੇ ਵਿੱਚ, क्योंकि एक एक करके पूछो जी सर क्या हुई। सर
हाँ जी, ब्रीजा गाड़ी अभी हमारी कस्टडी में है। पुलिस स्टेशन शाहकोट है, वहाँ पे हमारे जिला जलंधर रूरल में। अच्छा सर, क्या अमृतपाल ह्यूमन बम बनाने के भी विचार कर रहा नहीं, ऐसा कोई अभी तक हमारे इन्वेस्टिगेशन में नहीं है। मैं कह रहा जी वो पार्ट चेक कर रहे। देखो अजे ਅੱਜ ਉਹਨਾਂ ਨੂੰ ਸਵੇਰ ਅਰੈਸਟ ਕੀਤਾ ਚਾਰਾਂ ਨੂੰ, ਉਹਨਾਂ ਨੇ ਜੋ ਦੱਸਿਆ ਪ੍ਰੀਲਿਮਿਨਰੀ ਇਨਵੈਸਟੀਗੇਸ਼ਨ ਦੇ ਵਿੱਚ ਉਹ ਮੈਂ ਤੁਹਾਨੂੰ ਦੱਸਤਾ। ਜਿਹੜੀ ਅੱਗੇ ਮੋਟਰਸਾਈਕਲ ਕਿੱਥੇ ਗਏ, ਕਿੱਦਾਂ ਗਏ, ਕੀ ਉਹਦੀ ਟ੍ਰੇਲ ਕੀ ਆ, ਉਹ ਪਾਰਟ ਅਜੇ ਸਾਰਾ ਅਸੀਂ ਚੈੱਕ ਕਰ ਰਹੇ ਹਾਂ। ਸੋ ਉਹ ਟਾਈਮ ਟੂ ਟਾਈਮ ਜਿਸ ਤਰ੍ਹਾਂ नहीं आज सुबह था उन्होंने अरेस्ट किया जी। हाँ नहीं वो सारा अजय कर रहे हैं जी, वी विल रिलीज जब आएगा। नहीं अजय तक नहीं हुई जी कोई।